ਕਿ ਕੁਝ ਕੁ ਰਿਸ਼ਤੇ ਨਿਭਾਉਣ ਲਈ ਹੁੰਦੇ, ਕੁਝ ਤਾਂ ਐਵੇਂ ਦਿਖਾਉਣ ਲਈ ਹੁੰਦੇ। ਉਹ ਰਿਸ਼ਤੇ ਮੈਨੂੰ ਚੰਗੇ ਲੱਗਦੇ, ਦੁੱਖ ਸੁੱਖ ਜਿਹੜੇ ਵੰਡਾਉਣ ਲਈ ਹੁੰਦੇ। ਕੌੜੀਆਂ ਯਾਦਾਂ ਜਿਹੜੇ ਛੱਡ ਗਏ, ਉਹ ਤਾਂ ਰਿਸ਼ਤੇ ਭੁਲਾਉਣ ਲਈ ਹੁੰਦੇ। ਕੁਝ ਕੁ ਰਿਸ਼ਤੇ ਐਸੇ ਬਣਦੇ, ਹਮੇਸ਼ਾ ਜ਼ੋਰ ਲਗਾਉਣ ਲਈ ਹੁੰਦੇ। ਸਫ਼ਰ ਵਿੱਚ ਜਦੋਂ ਗੱਲਾਂ ਕਰੀਏ, ਉਹ ਤਾਂ ਵਕਤ ਲੰਘਾਉਣ ਲਈ ਹੁੰਦੇ। 2 ਦੂਣੀ 4 ਹੀ ਹੋਊਗਾ, ਤੇ ਚਾਹੇ ਉਹ ਟੈਂਪਰੇਚਰ ਹਾਈ ਹੋਵੇ ਤੇ ਲੋ ਹੋਵੇ, ਚਾਹੇ ਬਰਫ਼ 'ਤੇ ਚਲੇ ਜਾਓ, ਚਾਹੇ ਆਪਣਾ ਕਿਸੇ ਦਰਿਆ ਰਾਜਸਥਾਨ ਚਲੇ ਜਾਓ। ਇਸੇ ਤਰ੍ਹਾਂ ਹੀ ਸਾਹਿਤ ਮੈਂ ਚਾਹੁੰਦਾ ਉਹੋ ਜਿਹਾ ਹੋਵੇ ਕਿ ਜਿਹੜਾ ਹਰ ਥਾਂ 'ਤੇ ਸੱਚਾਈ ਦੱਸੇ। ਲਫ਼ਜ਼ੋ ਜ਼ਿੰਦਗੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਸਾਹਿਤਿਕ ਸਮੁੰਦਰ ਦੀ ਤਰ੍ਹਾਂ ਹੁੰਦਾ ਹੈ ਤੇ ਸਾਹਿਤਕਾਰ ਆਪਣੇ ਸ਼ਬਦਾਂ ਦੇ ਰਾਹੀਂ ਇਸ ਸਮੁੰਦਰ ਦੇ ਵਿੱਚ ਜਿਹੜੇ ਪਾਠਕਾਂ ਨੂੰ ਚੋਭੀ ਲਵਾਉਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਰਦਾਰ ਗੁਰਦਰਸ਼ਨ ਸਿੰਘ ਮਾਵੀ ਹੋਰਾਂ ਨੂੰ, ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੇ ਜ਼ਿੰਦਗੀ ਦੇ ਬਹੁਤ ਸਾਰੇ ਵਰਕਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਸ਼ੁਕਰੀਆ ਜੀ ਸਰ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਹਾਡਾ ਸਾਹਿਤ ਵੱਲ ਰੁਝਾਨ ਕਿਵੇਂ ਹੋਇਆ? ਮੈਂ ਜੀ ਟੀਚਿੰਗ ਲਾਈਨ ਸੀਗਾ, ਤੇ ਟੀਚਿੰਗ ਲਾਈਨ ਥੋੜ੍ਹੀ ਬਹੁਤ ਐਸੋਸੀਏਟਡ ਹੈ, ਕਿਉਂਕਿ ਸਕੂਲਾਂ 'ਚ ਅਖਬਾਰ ਆਉਂਦੇ ਆ, ਲਾਇਬ੍ਰੇਰੀ ਹੁੰਦੀ ਹੈ, ਅਤੇ ਕੁਛ ਮੈਨੂੰ ਸ਼ੁਰੂ ਤੋਂ ਹੀ ਪੜ੍ਹਨ ਦਾ ਸ਼ੌਂਕ ਸੀ। 5ਵੀਂ ਤੋਂ ਲਾਇਬ੍ਰੇਰੀ ਸੀਗੀ ਸਾਡੇ ਕੋਲ, ਨਿੱਕੇ ਨਿੱਕੇ ਕਹਾਣੀਆਂ ਦੀਆਂ ਕਿਤਾਬਾਂ ਪੜ੍ਹੀਆਂ, ਸਗੋਂ ਘਰੇ ਵੀ ਲਿਆਉਂਦੇ, ਘਰਦਿਆਂ ਨੇ ਵੀ ਪੜ੍ਹੀਆਂ। ਉਸ ਤੋਂ ਬਾਅਦ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹੇ ਹੈ, ਅਤੇ ਇਸ ਤਰ੍ਹਾਂ ਹੀ ਆਪਣੇ ਜਸਵੰਤ ਸਿੰਘ ਕਮਲ ਦੇ ਪੜ੍ਹੇ ਹੈ, ਬੂਟਾ ਸਿੰਘ ਸ਼ਾਦ ਦੇ ਪੜ੍ਹੇ ਹੈ। ਅਤੇ ਉਦੋਂ ਫਿਰ ਲੱਗਿਆ ਵੀ ਕੁਛ ਆਪਾਂ ਨੂੰ ਵੀ ਲਿਖਣਾ ਚਾਹੀਦਾ ਜਾਂ ਕਰਨਾ ਚਾਹੀਦਾ, ਪਰ ਉਦੋਂ ਪੜ੍ਹਾਈ ਦਾ ਮੌਕਾ ਸੀਗਾ ਅਤੇ ਪੜ੍ਹਦੇ ਰਹੇ। ਫਿਰ ਜਦੋਂ ਥੋੜ੍ਹਾ ਜਿਹਾ ਟੀਚਿੰਗ ਲਾਈਨ 'ਚ ਆਏ, ਸੈੱਟ ਹੋ ਗਏ, ਅਤੇ ਫਿਰ ਮੈਂ ਥੋੜ੍ਹਾ ਜਿਹਾ ਸਾਹਿਤ ਵੱਲ ਆਇਆ। ਜੀ ਸਰ, ਤੁਸੀਂ ਹਿਸਾਬ ਦੇ ਮਾਸਟਰ ਸੀਗੇ ਹੈ ਨਾ, ਉੱਥੋਂ ਤੁਸੀਂ ਜਿਹੜਾ ਹੈ ਇੱਕ ਸਾਹਿਤਕਾਰ ਬਣ ਗਏ ਹੈ। ਇਹ ਸਫ਼ਰ ਕਿਵੇਂ ਦਾ ਰਿਹਾ ਤੁਹਾਡਾ ਜੀ? ਇਹ ਮੈਨੂੰ ਲੱਗਦਾ ਸਗੋਂ ਚੰਗਾ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਸੀ ਇੰਜੀਨੀਅਰ ਸੀਗੇ ਅਤੇ ਜਾਂ ਸਾਇੰਟਿਸਟ ਸੀ, ਜਿਵੇਂ ਪੂਰਨ ਸਿੰਘ ਜੀ ਸੀਗੇ, ਉਹਨਾਂ ਨੇ ਬੜੀ ਵਧੀਆ ਪੰਜਾਬ ਬਾਰੇ ਲਿਖਿਆ ਹੈ। ਗੁਰਬਖਸ਼ ਸਿੰਘ ਪੀਤਲੜੀ ਜੀ ਇੰਜੀਨੀਅਰ ਸਾਹਿਬ ਸੀਗੇ, ਅਤੇ ਉਹਨਾਂ ਨੇ ਵੀ ਬੜਾ ਸੋਹਣਾ ਲਿਖਿਆ ਹੈ। ਅਤੇ ਮੈਥ ਇੱਕ ਇਹੋ ਜਿਹਾ ਸਬਜੈਕਟ ਹੈ ਜਿਹੜਾ ਕਿ ਜ਼ਿੰਦਗੀ ਨੂੰ ਸੱਚਾਈ ਦੱਸਦਾ। 2 ਦੂਣੀ 4 ਹੀ ਹੋਊਗਾ, ਤੇ ਚਾਹੇ ਉਹ ਟੈਂਪਰੇਚਰ ਹਾਈ ਹੋਵੇ ਤੇ ਲੋ ਹੋਵੇ, ਚਾਹੇ ਬਰਫ਼ 'ਤੇ ਚਲੇ ਜਾਓ, ਚਾਹੇ ਆਪਣਾ ਕਿਸੇ ਦਰਿਆ ਰਾਜਸਥਾਨ ਚਲੇ ਜਾਓ। ਇਸੇ ਤਰ੍ਹਾਂ ਹੀ ਸਾਹਿਤ ਮੈਂ ਚਾਹੁੰਦਾ ਉਹੋ ਜਿਹਾ ਹੋਵੇ ਕਿ ਜਿਹੜਾ ਹਰ ਥਾਂ 'ਤੇ ਸੱਚਾਈ ਦੱਸੇ, ਜਿਵੇਂ ਕਿ ਸਾਡੇ ਪੁਰਾਣੇ ਗ੍ਰੰਥ ਹੈ ਅਜੇ ਤੱਕ ਸੱਚਾਈ ਦੱਸਦੇ ਆ, ਅਤੇ ਉਸ ਦੇ ਰਾਹ 'ਤੇ ਚੱਲਦੇ ਆ। ਇਸ ਤਰ੍ਹਾਂ ਹੀ ਮੈਨੂੰ ਵੀ ਲੱਗਿਆ ਕਿ ਮੈਥ ਦੇ ਨਾਲ ਸਾਹਿਤ ਦਾ ਕਾਫੀ ਲਗਾਓ ਹੈ, ਅਤੇ ਮੈਥ ਤੋਂ ਬਿਨਾਂ ਤਾਂ ਵੈਸੇ ਆਪਣਾ ਟੇਸਟ ਹੁੰਦਾ, ਅਤੇ ਮੇਰਾ ਮਨ ਸੀ ਕਿ ਸਾਹਿਤ ਦੀ ਰਚਨਾ ਕੀਤੀ ਜਾਵੇ। ਅਤੇ ਪਹਿਲਾਂ ਮੈਂ ਸ਼ੁਰੂ 'ਚ ਥੋੜ੍ਹੇ ਆਰਟੀਕਲ ਲਿਖਣੇ ਸ਼ੁਰੂ ਕਰੇ, ਉਸ ਤੋਂ ਬਾਅਦ ਫਿਰ ਮੈਂ ਵਿਅੰਗ ਲਿਖਣੇ ਸ਼ੁਰੂ ਕਰੇ। ਵਿਅੰਗ ਫਿਰ ਮੇਰੇ ਡੇਲੀ ਅਖਬਾਰਾਂ 'ਚ, ਮੈਗਜ਼ੀਨ 'ਤੇ ਹੋਰ ਥਾਵਾਂ ਛਪਦੇ ਰਹੇ। ਜਦੋਂ ਕਾਫੀ ਹੋ ਗਏ, ਫਿਰ ਮੈਂ 2 ਕਿਤਾਬਾਂ ਵਿਅੰਗ ਦੀਆਂ ਕੱਢੀਆਂ। ਅਤੇ ਉਸ ਤੋਂ ਬਾਅਦ ਜਦੋਂ ਸਹਿ ਸਭਾਵਾਂ ਜਾਣਾ ਸ਼ੁਰੂ ਕੀਤਾ, ਅਤੇ ਉੱਥੇ ਇੰਝ ਲੱਗਿਆ ਕਿ ਵਿਅੰਗ ਨੂੰ ਤਾਂ ਬਹੁਤ ਟਾਈਮ ਲੱਗਦਾ ਸੁਣਾਉਣ ਵਾਸਤੇ, ਅਤੇ ਲੋਕ ਬਹੁਤ ਸਾਰੇ ਕਈ ਉਸ ਨੂੰ ਇੰਜੋਏ ਵੀ ਨਹੀਂ ਕਰ ਸਕਦੇ ਗੇ। ਅਤੇ ਜਿਹੜੀ ਕਵਿਤਾ ਹੈ, ਅਤੇ ਇਹ 2-4 ਮਿੰਟ ਦੀ ਗੱਲ ਹੁੰਦੀ ਹੈ, ਅਤੇ ਬੜੀ ਸੋਹਣੀ ਆਪਾਂ ਗੱਲ ਇਹਦੇ 'ਚ ਕਹਿ ਸਕਦੇ ਹਾਂ, ਥੋੜ੍ਹੇ ਸ਼ਬਦਾਂ 'ਚ ਵੱਡੀ ਗੱਲ ਵੀ ਕਹਿ ਸਕਦੇ ਹਾਂ। ਸੋ ਫਿਰ ਮੈਨੂੰ ਕਵਿਤਾ ਬੰਨੀ ਰੁਝਾਨ ਹੋਇਆ, ਅਤੇ ਹੁਣ ਮੈਂ ਕਵਿਤਾ ਬੰਨੀ ਬਹੁਤਾ ਲਿਖਦਾ, ਅਤੇ ਸਭਾਵਾਂ ਦੇ ਵਿੱਚ ਇਹੀ ਸੁਣਾਉਣਾ ਚਾਹੁੰਦਾ ਜੀ। ਜਿਵੇਂ ਸਰ ਕਹਿੰਦੇ ਕਿ ਮਾਂ ਬਾਪ ਨੂੰ ਆਪਣੇ ਸਾਰੇ ਬੱਚੇ ਪਿਆਰੇ ਹੁੰਦੇ ਆ, ਐਵੇਂ ਸਾਹਿਤਕਾਰ ਨੂੰ ਆਪਣੀ ਹਰ ਇੱਕ ਲਿਖਤ ਜਿਹੜੀ ਹੈ ਬੇਹੱਦ ਪਿਆਰੀ ਹੁੰਦੀ ਹੈ। ਤੁਸੀਂ ਦੱਸਿਆ ਕਿ ਤੁਸੀਂ ਵਿਅੰਗ ਲਿਖਦੇ ਸੀਗੇ, ਤੁਹਾਡਾ ਕਿਹੜਾ ਅਜਿਹਾ ਵਿਅੰਗ ਹੈ ਜੋ ਤੁਹਾਡੇ ਦਿਲ ਦੇ ਬੇਹੱਦ ਕਰੀਬ ਹੈਗਾ? ਉਸ ਦੀ ਸਾਂਝ ਸਾਡੇ ਦਰਸ਼ਕਾਂ ਨਾਲ ਜ਼ਰੂਰ ਪਾਓ। ਇਹ ਜੀ, ਜਦੋਂ ਆਪਾਂ ਵਿਅੰਗ ਲਿਖਦੇ ਹਾਂ ਉਸ ਵੇਲੇ ਇੰਝ ਲੱਗਦਾ ਕਿ ਹਾਂ ਬਹੁਤ ਵਧੀਆ ਹੈਗਾ, ਉਹ ਲਿਖ ਲੈਂਦੇ ਹਾਂ। ਜਦੋਂ ਮਹੀਨਾ 2 ਮਹੀਨੇ ਲੰਘ ਜਾਂਦੇ, ਉਸ ਤੋਂ ਬਾਅਦ ਫਿਰ ਇੱਕ ਨਵਾਂ ਵਿਅੰਗ ਆ ਜਾਂਦਾ, ਫਿਰ ਲੱਗਦਾ ਯਾਰ ਇਹ ਉਹਦੇ ਨਾਲੋਂ ਵੀ ਚੰਗਾ ਹੈ। ਸੋ ਇਸ ਕਰਕੇ ਜਿਵੇਂ ਤੁਸੀਂ ਦੱਸਿਆ ਕਿ ਸਾਰੀਆਂ ਵਿਅੰਗ ਜਿਹੜੇ ਮੈਨੂੰ ਚੰਗੇ ਹੈ, ਪਰ ਇੱਕ ਸਭ ਤੋਂ ਪਹਿਲਾ ਵਿਅੰਗ ਮੈਂ ਇੱਕ ਕਿਤਾਬ ਦੇ ਵਿੱਚ ਮੂਹਰੇ ਲਿਖਿਆ ਮਾਊ ਪੁਰਸ਼, ਕਿ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ। ਉਹਨਾਂ 'ਚੋਂ ਬਹੁਤ ਸਾਰੇ ਬੰਦੇ ਇਸ ਤਰ੍ਹਾਂ ਦੇ ਵੀ ਹੈ ਜਿਹੜੇ ਕਿ ਘਰਦਿਆਂ ਤੋਂ ਡਰਦੇ ਹੈ। ਪਹਿਲਾਂ ਉਹ ਮਾਂ ਬਾਪ ਦੇ ਡਿਪੈਂਡੈਂਟ ਹੁੰਦੇ ਆ, ਜੋ ਵੀ ਚੀਜ਼ ਲੱਭਣੀ ਹੈ ਕਰਨੀ ਹੈ, ਘਰਦਿਆਂ ਨੂੰ ਕਹਿਣਾ ਕਿ ਮੇਰੀਆਂ ਜਰਾਬਾਂ ਕਿੱਥੇ ਆ, ਮੇਰੇ ਬੂਟ ਕਿੱਥੇ ਆ, ਮੇਰੀ ਸ਼ਰਟ ਕਿੱਥੇ, ਮੇਰੀ ਪੱਗ ਕਿੱਥੇ, ਉਹ ਲੱਭ ਕੇ ਦਿੰਦੇ ਆ। ਜਦੋਂ ਵਿਆਹ ਹੋ ਜਾਂਦਾ ਫਿਰ ਘਰ ਵਾਲੀ ਦੇ ਮਗਰ ਹੋਈ ਜਾਂਦੇ ਆ ਕਿ ਆਹ ਮੈਨੂੰ ਦਿਓ ਜੀ, ਉਹ ਦਿਓ। ਫਿਰ ਘਰ ਵਾਲੀ ਨੂੰ ਜੇ ਸ਼ੋਪਿੰਗ ਜਾਣਾ, ਮੇਰੇ ਨਾਲ ਚੱਲੋ, ਮੈਨੂੰ ਨਹੀਂ ਪਤਾ ਲੱਗਦਾ ਕੀ ਚੀਜ਼ ਖਰੀਦਣੀ ਹੈ, ਕੀ ਕਰਨਾ। ਸੋ ਇਹੋ ਜਿਹੇ ਮਾਊ ਪੁਰਸ਼ ਜਿਹੜੇ ਹੈਗੇ ਆ, ਉਹ ਮੈਂ ਜਦੋਂ ਪੜ੍ਹਦਾ ਮੈਨੂੰ ਖੁਦ ਹਾਸਾ ਆਉਂਦਾ ਕਿ ਹਾਂ ਯਾਰ ਵਾਕਈ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ। ਸੋ ਉਹ ਮੈਨੂੰ ਲੱਗਦਾ ਕਿ ਸ੍ਰੇਸ਼ਟ ਰਚਨਾ ਹੈਗੀ ਹੈ ਜੀ। ਸਰ, ਤੁਸੀਂ ਇੱਥੇ ਗੱਲ ਕੀਤੀ, ਤੁਸੀਂ ਕਵਿਤਾਵਾਂ ਵੀ ਲਿਖਦੇ ਹੈਗੇ ਹੋ। ਜਿਵੇਂ ਹੁਣ ਤੱਕ ਤੁਸੀਂ ਕਿੰਨੀਆਂ ਕੁ ਕਵਿਤਾਵਾਂ ਲਿਖ ਚੁੱਕੇ ਹੋ, ਅਤੇ ਤੁਹਾਡੀਆਂ ਕਿਹੜੀਆਂ ਪੁਸਤਕਾਂ ਆ ਚੁੱਕੀਆਂ ਨੇ? ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਮੇਰੀਆਂ 4 ਕਿਤਾਬਾਂ ਆ ਚੁੱਕੀਆਂ, ਅਤੇ 2 ਬੱਚਿਆਂ ਬਾਰੇ ਵੀ ਮੈਂ ਕਵਿਤਾ ਦੇ ਰੂਪ ਵਿੱਚ ਹੀ ਲਿਖੀਆਂ। ਬੱਚਿਆਂ ਦੇ ਜਿਹੜੇ ਹੈ ਵੀ ਇੱਕ ਵਾਰੀ ਕਾਰ ਲਿਆਂਦੀ ਜੀ, ਧੱਕਾ ਲਾ ਕੇ ਸਟਾਰਟ ਕਰਦੇ ਸੀ, ਨਿਆਣੇ ਖੁਸ਼ ਵੀ ਹੁੰਦੇ ਆ, ਪੜ੍ਹਦੇ ਵੀ ਹੈ, ਅਤੇ ਚੰਗਾ ਵੀ ਲੱਗਦਾ, ਅਤੇ ਉਹਦੇ ਨਾਲ ਮੈਂ ਸਕੈਚ ਬਣਾਏ ਬੱਚਿਆਂ ਵਾਸਤੇ। ਸੋ 2 ਤਾਂ ਕਿਤਾਬਾਂ ਬੱਚਿਆਂ ਦੀਆਂ ਹੈਗੀਆਂ, ਕਾਵਿ ਸੰਗ੍ਰਹਿ, ਅਤੇ 4 ਹੈਗੇ ਆ ਵੱਡਿਆਂ ਵਾਸਤੇ, ਅਤੇ ਇੱਕ ਮੇਰਾ ਹੁਣ ਅਜੇ ਛਪਾਈ ਅਧੀਨ ਹੈਗਾ। ਅਤੇ ਇਸ ਕਰਕੇ ਕੁੱਲ ਮੇਰੀਆਂ 8 ਕਿਤਾਬਾਂ ਬਣ ਜਾਂਦੀਆਂ, ਅਤੇ ਸਾਰਿਆਂ ਦੇ ਵਿੱਚ ਹੀ ਵੱਖੋ ਵੱਖ ਵੰਨਗੀ ਹੈ। ਉਹਦੇ 'ਚ ਬਾਲ ਸਾਹਿਤ ਵੀ ਹੈ, ਉਹਦੇ ਵਿੱਚ ਵਿਅੰਗ ਵੀ ਹੈ, ਅਤੇ ਉਹਦੇ ਵਿੱਚ ਕਾਵਿ ਰੂਪ ਵੀ ਹੈ। ਜੀ ਸਰ, ਕਿਸੇ ਕਵਿਤਾ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਪਾਓ।
ਹਾਂਜੀ, ਮੈਨੂੰ ਇੱਕ ਚੰਗੀ ਲੱਗਦੀ ਕਵਿਤਾ ਜਿਹੜੀ ਮੈਂ ਅਕਸਰ ਸੁਣਾਉਂਦਾ ਰਹਿੰਦਾ ਕਿ ਕੁਝ ਕੁ ਰਿਸ਼ਤੇ ਨਿਭਾਉਣ ਲਈ ਹੁੰਦੇ, ਕੁਝ ਤਾਂ ਐਵੇਂ ਦਿਖਾਉਣ ਲਈ ਹੁੰਦੇ। ਉਹ ਰਿਸ਼ਤੇ ਮੈਨੂੰ ਚੰਗੇ ਲੱਗਦੇ, ਦੁੱਖ ਸੁੱਖ ਜਿਹੜੇ ਵੰਡਾਉਣ ਲਈ ਹੁੰਦੇ। ਕੌੜੀਆਂ ਯਾਦਾਂ ਜਿਹੜੇ ਛੱਡ ਗਏ, ਉਹ ਤਾਂ ਰਿਸ਼ਤੇ ਭੁਲਾਉਣ ਲਈ ਹੁੰਦੇ। ਕੁਝ ਕੁ ਰਿਸ਼ਤੇ ਐਸੇ ਬਣਦੇ, ਹਮੇਸ਼ਾ ਜ਼ੋਰ ਲਗਾਉਣ ਲਈ ਹੁੰਦੇ। ਸਫ਼ਰ ਵਿੱਚ ਜਦੋਂ ਗੱਲਾਂ ਕਰੀਏ, ਉਹ ਤਾਂ ਵਕਤ ਲੰਘਾਉਣ ਲਈ ਹੁੰਦੇ। ਕਈ ਤਾਂ ਚੱਚੜ ਬਣ ਕੇ ਚਿੰਬੜੇ, ਖਿੱਚ ਕੇ ਗਲੋਂ ਲਾਉਣ ਲਈ ਹੁੰਦੇ। ਮਿਲਣ ਵਾਸਤੇ ਜਿਹਨੂੰ ਚਾਹੀਏ, ਮਿਲਣ ਤਾਂ ਸ਼ੁਕਰ ਮਨਾਉਣ ਲਈ ਹੁੰਦੇ। ਜ਼ਿੰਦਗੀ ਵਿੱਚ ਜੋ ਅਣਚਾਹੇ ਮਿਲਦੇ, ਉਹ ਤਾਂ ਅੱਖ ਚਰਾਉਣ ਲਈ ਹੁੰਦੇ। ਕਈ ਤਾਂ ਨਾਜ਼ੁਕ ਫੁੱਲਾਂ ਵਰਗੇ, ਮਾਵੀ ਵਾਂਗ ਮੁਰਝਾਉਣ ਲਈ ਹੁੰਦੇ, ਮਾਵੀ ਵਾਂਗ ਮੁਰਝਾਉਣ ਲਈ ਹੁੰਦੇ। ਜੀ, ਬਹੁਤ ਖੂਬ, ਬਹੁਤ ਖੂਬ। ਸਰ, ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ ਕਿਹੜੇ ਵਿਸ਼ਿਆਂ ਦੇ ਉੱਤੇ ਕਵਿਤਾਵਾਂ ਜ਼ਿਆਦਾ ਲਿਖਦੇ ਹੋ? ਵੈਸੇ ਤਾਂ ਕੁਦਰਤ ਬਾਰੇ ਮੈਂ ਕਾਫੀ ਲਿਖਿਆ, ਅਤੇ ਪਰ ਫਿਰ ਵੀ ਜੋ ਦਿਨ ਤਿਉਹਾਰ ਆਉਂਦਾ ਹੈਗਾ, 26 ਜਨਵਰੀ ਆ ਗਿਆ, ਭਗਤ ਸਿੰਘ ਸ਼ਹੀਦ ਦੇ ਆ ਗਿਆ, ਜਾਂ ਫਿਰ ਅੱਗੇ ਆ ਕੇ ਆਪਣੀ ਦੀਵਾਲੀ ਹੈ, ਦੁਸਹਿਰਾ ਹੈ, ਨਵਾਂ ਸਾਲ ਹੈ, ਸੋ ਜੋੜ ਮੇਲੇ ਲੱਗਦੇ ਆ, ਸੋ ਉਸ ਤਰ੍ਹਾਂ ਦੇ ਹਿਸਾਬ ਨਾਲ ਲਿਖੀ ਜਾਈਦੀ ਹੈ। ਅਤੇ ਉਹਨਾਂ ਵਿੱਚੋਂ ਜ਼ਿਆਦਾ ਚੁਣ ਕੇ ਮੈਂ ਜਿਹੜੀਆਂ ਇੱਕ ਦੋ ਧਾਰਮਿਕ ਮੂਹਰੇ ਲਾਈਦੀਆਂ, ਅਤੇ ਉਸ ਤੋਂ ਬਾਅਦ ਜਿਹੜੇ ਹੈ ਸਮਾਜਿਕ ਤਾਂ ਜਾਂ ਕੁਦਰਤ ਦੀਆਂ ਚੀਜ਼ਾਂ, ਉਹ ਬਹੁਤੀਆਂ ਵਿੱਚ ਕਵਿਤਾਵਾਂ ਪਾਈਦੀਆਂ। ਜੀ ਸਰ, ਜੇਕਰ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ, ਅੱਜ ਦਾ ਯੁੱਗ ਜਿਹੜਾ ਤਕਨੀਕ ਦਾ ਯੁੱਗ ਹੈਗਾ ਆ, ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਸਾਹਿਤ ਨੂੰ ਪੜ੍ਹਨਾ ਪਸੰਦ ਕਰਦੇ ਆ ਕਿ ਨਹੀਂ? ਪੜ੍ਹਦੇ ਆ ਜੀ, ਜਿਹਨਾਂ ਨੂੰ ਲੱਗਣ ਲੱਗੀ ਹੈ ਉਹ ਪੜ੍ਹਦੇ ਆ। ਇੱਕ ਵਾਰ ਕੀ ਹੋਇਆ, ਅਸੀਂ ਰੋਜ਼ ਗਾਰਡਨ ਦੇ ਵਿੱਚ ਆਪਣਾ ਕਵੀ ਦਰਬਾਰ ਕਰਵਾਉਣ ਲੱਗ ਗਏ, ਅਤੇ ਉੱਥੇ ਅਸੀਂ ਦਰੀ ਵਿਛਾ ਕੇ ਜਦੋਂ ਮਾਈਕ ਰੱਖਿਆ ਆਪਦਾ ਛੋਟਾ ਜਿਹਾ, ਅਤੇ ਅਸੀਂ ਸੁਣਾਉਣ ਲੱਗੇ, ਤਾਂ ਜਿਹੜੇ ਤੁਰਦੇ ਫਿਰਦੇ ਸੈਰ ਕਰਨ ਆਏ ਸੀ ਲੋਕ, ਉਹ ਵੀ ਸਾਡੇ ਕੋਲ ਇਕੱਠੇ ਹੋਣ ਲੱਗ ਗਏ। ਉਹ ਆਸੇ ਪਾਸੇ ਖੜ੍ਹ ਗਏ, ਅਤੇ ਉਹਨਾਂ ਨੂੰ ਇਸ਼ਾਰੇ ਨਾਲ ਅਸੀਂ ਕਿਹਾ ਵੀ ਤੁਸੀਂ ਵੀ ਬੈਠੋ। ਉਹ ਬੈਠੇ, ਉਹਨਾਂ ਨੇ ਸੁਣਿਆ, ਅਤੇ ਫਿਰ ਅਸੀਂ ਪੁੱਛਿਆ ਵੀ ਜੇ ਤੁਸੀਂ ਵੀ ਕੋਈ ਸੁਣਾਉਣਾ ਚਾਹੁੰਦੇ ਹੋ। ਉਹਨਾਂ ਵਿੱਚੋਂ 5-7 ਬੰਦੇ ਆਏ, ਅਤੇ ਉਹਨਾਂ ਨੇ ਵੀ ਸੁਣਾਈਆਂ ਰਚਨਾਵਾਂ, ਅਤੇ ਉਸ ਤੋਂ ਬਾਅਦ ਸਾਡੇ ਨਾਲ ਉਹ ਪੱਕੇ ਮੈਂਬਰ ਬਣ ਗਏ। ਹੁਣ ਸਾਡੀ ਹਰ ਸਭਾ 'ਚ ਆਉਂਦੇ ਆ। ਇਹਦਾ ਮਤਲਬ ਹੈ ਕਿ ਕਈ ਵਾਰੀ ਪਲੇਟਫਾਰਮ ਨਹੀਂ ਮਿਲਦਾ ਲੋਕਾਂ ਨੂੰ, ਅਤੇ ਚਾਹੁੰਦੇ ਹੈ ਕਿ ਅਸੀਂ ਹਾਂ ਇਹਨਾਂ ਦੇ ਨਾਲ ਜੁੜੀਏ ਅਤੇ ਆਪਦੀ ਕੋਈ ਰਚਨਾ ਸੁਣਾਈਏ ਅਤੇ ਜਾਂ ਕੁਛ ਆਪਾਂ ਕਰੀਏ। ਅਤੇ ਇਸੇ ਤਰ੍ਹਾਂ ਹੀ ਅਸੀਂ ਸਿਲਵੀ ਪਾਰਕ 'ਚ ਬੜੀ ਵਾਰ ਪ੍ਰੋਗਰਾਮ ਕਰੇ ਹੈ। ਮੋਹਾਲੀ ਦੇ ਜਿਹੜਾ ਪਾਰਕ ਹੈ, ਉੱਥੇ ਸਾਡੇ ਨਾਲ ਬਹੁਤ ਜਿਹੜੇ ਮੈਂਬਰ ਜੁੜੇ ਹੈ, ਅਤੇ ਅਜੇ ਪਿਛਲੇ ਹਫ਼ਤੇ ਵੀ ਉਹ ਆ ਕੇ ਗਏ ਹੈ। ਅਤੇ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਹਰ ਵਾਰ ਸਾਡੇ ਨਾਲ 4-5 ਨਵੇਂ ਚਿਹਰੇ ਜੁੜਦੇ ਆ। ਈਵਨ ਸਾਡੇ ਕੋਲ ਅੰਮ੍ਰਿਤਸਰ ਤੋਂ ਵੀ ਆਏ ਆ, ਤਰਨ ਤਾਰਨ ਤੋਂ ਵੀ ਆਏ ਆ, ਰਾਜਪੁਰੇ ਤੋਂ ਵੀ, ਮੋਰਿੰਡਾ, ਕੁਰਾਲੀ, ਸਾਰੇ ਸਾਡੇ ਕੋਲ ਆਉਂਦੇ ਆ, ਅਤੇ ਇੱਥੇ ਪਲੇਟਫਾਰਮ ਮਿਲਦਾ ਸਭ ਨੂੰ, ਅਤੇ ਉਹ ਸੁਣਾ ਕੇ ਜਾਂਦੇ। ਜੀ ਸਰ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਾਹਿਤ ਸਭਾ ਦੇ ਨਾਲ ਜੁੜੇ ਹੋਏ ਹੋ, ਜਿਹੜੀਆਂ ਸਾਹਿਤ ਸਭਾਵਾਂ ਹੁੰਦੀਆਂ ਨੇ, ਇਹਨਾਂ ਵਿੱਚ ਜ਼ਿਆਦਾਤਰ ਨੌਜਵਾਨ ਵਰਗ ਆਉਂਦਾ ਹੈ, ਫਿਰ ਜਾਂ ਅਧਖੜ ਜਾਂ ਫਿਰ ਬਜ਼ੁਰਗ ਜਿਹੜਾ ਇਹਨਾਂ ਸਭਾਵਾਂ ਦਾ ਹਿੱਸਾ ਬਣਦੇ ਹੈ? ਸਾਡੇ ਤਾਂ ਜੀ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਣਾ ਹਾਲਾਤ, 15 ਸਾਲ ਤੋਂ ਲੈ ਕੇ 85 ਸਾਲ ਤੱਕ ਸਾਰੇ ਵਰਗ ਆਉਂਦੇ ਆ। ਲੇਡੀਜ਼ ਐਂਡ ਜੈਂਟਸ ਦੋਨੋਂ ਹੀ ਆਉਂਦੇ, ਇਹ ਨਹੀਂ ਹੈ ਕਿ ਜੈਂਟਸ ਹੀ ਇਕੱਲੇ ਆਉਂਦੇ ਹੋਣ, ਅਤੇ ਸੁਣਾਉਂਦੇ ਸਾਰੇ ਹੀ ਹੈ। 15 ਸਾਲ ਦੇ ਨਿਆਣੇ ਵੀ ਸੁਣਾਉਂਦੇ ਆ, ਅਤੇ 85 ਸਾਲ ਦੇ ਬਜ਼ੁਰਗ ਵੀ ਆਪਦੇ ਸੁਣਾ ਕੇ ਜਾਂਦੇ ਆ। ਪਿਛਲੇ ਮੀਟਿੰਗ 'ਤੇ ਉਦੋਂ ਪਹਿਲਾਂ ਵੀ ਆਉਂਦੇ ਰਹੇ ਆ ਸਰਦਾਰ ਬਲਵੰਤ ਸਿੰਘ ਮੁਸਾਫਰ ਜੀ, ਉਹਨਾਂ ਦੀ ਮੇਰੇ ਖਿਆਲ 90 ਤੋਂ ਉੱਪਰ ਹੋਣੀ ਹੈ, ਅਤੇ ਉਹ ਕਿਸੇ ਦੇ ਸਹਾਰੇ ਨਾਲ ਹੀ ਆਉਂਦੇ ਆ। ਪਰ ਜਦੋਂ ਸਟੇਜ 'ਤੇ ਖੜ੍ਹ ਜਾਂਦੇ ਆ, ਅਤੇ ਉਹ ਕਹਿੰਦੇ ਫਿਰ ਮੈਂ ਆਪਦਾ ਬੁਢਾਪਾ ਭੁੱਲ ਜਾਂਦਾ, ਅਤੇ ਜਦੋਂ ਜੋਸ਼ ਆਉਂਦਾ ਤਾਂ ਫਿਰ ਪੂਰੀ ਕਵਿਤਾ ਸੁਣਾ ਕੇ ਬੜੇ ਐਨ ਆਰਾਮ ਨਾਲ ਅਤੇ ਆਪਣੇ ਲੈਅ 'ਚ ਸੁਣਾ ਕੇ ਜਾਂਦੇ ਆ। ਇਸ ਤਰ੍ਹਾਂ ਛੋਟੇ ਬੱਚੇ ਜਦੋਂ ਆਉਂਦੇ ਆ, ਅਤੇ ਉਹ ਬੜਾ ਖੁਸ਼ ਹੁੰਦੇ ਕਿ ਸਾਨੂੰ ਅੱਜ ਪਹਿਲੀ ਵਾਰ ਸਟੇਜ 'ਤੇ ਆਉਣ ਦਾ ਮੌਕਾ ਮਿਲਿਆ, ਅਤੇ ਸਾਨੂੰ ਬੜਾ ਚੰਗਾ ਲੱਗਿਆ ਕਿ ਅਸੀਂ ਖੜ੍ਹ ਕੇ ਸੁਣਾ ਸਕਦੇ, ਅਤੇ ਉਹ ਫਿਰ ਅਗਲੀ ਵਾਰ ਜ਼ਰੂਰ ਆਉਂਦੇ ਆ। ਸੋ ਇਸ ਕਰਕੇ ਸਾਡੇ ਸਾਰੇ ਤਰ੍ਹਾਂ ਦੇ ਆਉਂਦੇ ਆ ਬੱਚੇ, ਅਤੇ ਸਾਰੇ ਸਿੱਖਣ ਵਾਲੇ ਵੀ ਆਉਂਦੇ ਆ, ਅਤੇ ਜਿਨ੍ਹਾਂ ਨੇ ਸਿੱਖਿਆ ਹੋਇਆ ਹੁੰਦਾ ਅਤੇ ਉਹ ਵੀ ਆਉਂਦੇ ਆ। ਜੀ ਸਰ, ਇੱਕ ਚੀਜ਼ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਦੋਂ ਤੁਸੀਂ ਪਹਿਲੀ ਕਵਿਤਾ ਲਿਖੀ ਸੀ, ਉਹਨੂੰ ਲਿਖਣ ਦਾ ਸਬਬ ਕਿਵੇਂ ਬਣਿਆ ਸੀਗਾ ਜੀ? ਕਈ ਵਾਰ ਤਾਂ ਜੀ ਆਸੇ ਪਾਸੇ ਜਦੋਂ ਹਾਲਾਤ ਦੇਖੀਦੇ ਹੈ, ਅਤੇ 2-4 ਲਾਈਨਾਂ ਜੁੜ ਗਈਆਂ, ਫਿਰ ਕਹੀਦਾ ਵੀ ਇਹ ਥੋਟ ਅੱਗੇ ਵਧਾਇਆ ਜਾ ਸਕਦਾ, ਅਤੇ ਉਹ ਫਿਰ ਘਰੇ ਆ ਕੇ ਉਸ ਨੂੰ ਹੋਰ ਅੱਗੇ ਕਰ ਲਈਦਾ। ਅਤੇ ਇਸ ਤਰ੍ਹਾਂ ਹੀ ਕੋਈ ਘਟਨਾ ਵਾਪਰ ਜਾਂਦੀ ਹੈ ਜ਼ਿੰਦਗੀ 'ਚ, ਫਿਰ ਉਹਦੇ ਬਾਰੇ ਜਦੋਂ ਲਿਖੀਦਾ ਅਤੇ ਉਹ ਵੀ ਚੱਲ ਜਾਂਦੀ ਹੈ। ਜਾਂ ਫਿਰ ਕੋਈ ਦਿਨ ਤਿਉਹਾਰ ਆ ਗਿਆ, ਅਤੇ ਉਹਦੇ ਬਾਰੇ ਜਦੋਂ ਆਪਾਂ 2-4 ਲਾਈਨਾਂ ਜੋੜ ਲੈਂਦੇ ਹਾਂ, ਤਾਂ ਫਿਰ ਉਸ 'ਤੇ ਜਿਹੜਾ ਮੇਨ ਹੁੰਦਾ ਮਕਸਦ ਵੀ, ਅੱਜ ਹੁਣ ਜਿਵੇਂ ਦੀਵਾਲੀ ਹੈ ਕਿ ਦੀਵੇ ਬਾਲਦੇ ਆ, ਸ਼੍ਰੀ ਰਾਮ ਚੰਦਰ ਜੀ ਬਨਵਾਸ ਕੱਟ ਕੇ ਆਏ ਸੀਗੇ, ਸਿੱਖ ਧਰਮ ਨਾਲ ਵੀ ਉਹਨਾਂ ਥੋੜ੍ਹਾ ਬਹੁਤ ਰਿਲੇਸ਼ਨ ਹੈ, ਅਤੇ ਉਹ ਆਪਾਂ ਗੱਲਾਂ ਲੈ ਕੇ ਇੱਕ ਕਵਿਤਾ ਬਣਾ ਲੈਂਦੇ ਹਾਂ। ਸੋ ਇਸ ਤਰ੍ਹਾਂ ਕਰਕੇ ਇਹ ਹੈ ਤਾਂ ਰੱਬੀ ਦਾਤ ਹੀ, ਕਿ ਕਈ ਵਾਰੀ ਆਪਾਂ ਜੇ ਬੈਠ ਜੇ ਕਲਮ ਦੁਆਤ ਲੈ ਕੇ ਵੀ ਸਵੇਰੇ ਅੱਜ ਕਵਿਤਾ ਲਿਖਣੀ ਹੈ ਤਾਂ ਨਹੀਂ ਲਿਖੀ ਜਾਂਦੀ, ਪਰ ਜਦੋਂ ਕਿਤੇ ਵੇਗ ਆ ਜਾਂਦਾ ਤਾਂ ਫਿਰ 4-4 ਕਵਿਤਾਵਾਂ ਵੀ ਲਿਖ ਦਈਦੀਆਂ। ਸੋ ਇਹ ਮੌਕੇ ਮੁਤਾਬਕ ਢਲ ਜਾਂਦਾ, ਅਤੇ ਮੈਨੂੰ ਸ਼ੁਕਰ ਹੈ ਕਿ ਰੱਬ ਨੇ ਇਹ ਦਾਤ ਬਖਸ਼ੀ ਹੈ ਕਿ ਮੈਂ ਕਵਿਤਾ ਲਿਖ ਸਕਦਾ। ਜੀ ਸਰ, ਪਰਿਵਾਰ ਦਾ ਹੁੰਗਾਰਾ ਕਿਹੋ ਜਿਹਾ ਰਹਿੰਦਾ ਜਾਂ ਜਦੋਂ ਤੁਸੀਂ ਕਵਿਤਾਵਾਂ ਨੂੰ ਲਿਖਦੇ ਹੈਗੇ ਹੋ? ਅੱਜ ਕੱਲ੍ਹ ਤਾਂ ਅਸੀਂ ਪਰਿਵਾਰ ਵੱਲੋਂ 2 ਹੀ ਜਣੇ ਆ, ਪਰ ਜਦੋਂ ਇਹ ਸ਼ੁਰੂਆਤ ਹੋਈ ਸੀ ਅਤੇ ਮੈਂ ਟੀਚਰ ਸੀ ਸਕੂਲ ਦੇ ਵਿੱਚ, ਸਾਨੂੰ 2 ਵਜੇ ਛੁੱਟੀ ਹੋ ਜਾਂਦੀ ਸੀ, ਅਤੇ ਘਰ ਵਾਲੀ ਸੀਗੀ ESI ਕਾਰਪੋਰੇਸ਼ਨ 'ਚ, ਇਹਨਾਂ ਨੂੰ 5 ਵਜੇ ਛੁੱਟੀ ਹੁੰਦੀ ਸੀ, ਅਤੇ ਮੈਂ 2-2:30 ਵਜੇ ਘਰੇ ਆ ਜਾਣਾ, ਅਤੇ ਆ ਕੇ ਥੋੜ੍ਹਾ ਜਿਹਾ ਰੈਸਟ ਕਰਨੀ, ਸੌਂ ਜਾਣਾ। ਫਿਰ 4 ਵਜੇ ਉੱਠ ਕੇ ਕੱਪ ਚਾਹ ਦਾ ਬਣਾਉਣਾ, ਅਤੇ ਬੱਚੇ ਸੌਂ ਜਾਂਦੇ ਸੀਗੇ ਜਦੋਂ ਪੜ੍ਹ ਕੇ ਆਉਂਦੇ ਸੀ, ਅਤੇ ਮੈਂ ਆਪਦਾ ਚੁੱਪਚਾਪ ਬੈਠ ਕੇ ਲਿਖਣ ਲੱਗ ਜਾਣਾ। ਸੋ 5-5:30 ਤੱਕ ਮੈਨੂੰ 1.5 ਘੰਟਾ ਲਿਖਣ ਦਾ ਬਹੁਤ ਮਿਲਦਾ ਰਿਹਾ। ਅਤੇ ਹੁਣ ਅਸੀਂ 2 ਹੀ ਜਣੇ ਹੈਗੇ, ਮੈਂ ਅਤੇ ਘਰ ਵਾਲੀ ਹੈ, ਅਤੇ ਘਰ ਵਾਲੀ ਆਪਦਾ ਅਖਬਾਰ ਪੜ੍ਹ ਲੈਂਦੀ ਹੈ, ਅਤੇ ਮੈਂ ਪਾਸੇ ਹੋ
ਹੋ ਕੇ ਆਪਦਾ ਲਿਖ ਲੈਂਦਾ। ਅਤੇ ਜਦੋਂ ਵੀ ਕਿਤੇ ਮਨ ਕਰਦਾ ਜੇ ਕਿਤੇ ਬਾਹਰ ਬੈਠ ਕੇ ਵੀ ਲਿਖਣਾ ਤਾਂ ਬਾਹਰ ਜਾ ਕੇ ਵੀ ਲਿਖ ਲਈਦਾ। ਅਤੇ ਕਈ ਵਾਰੀ ਤਾਂ ਸਗੋਂ ਆਪਦੇ ਬੈਠੇ ਸੌਣ ਲੱਗੀਦਾ, ਸੁੱਤੇ ਸੁੱਤੇ ਕੋਈ ਖਿਆਲ ਆ ਜਾਂਦਾ, ਫਿਰ ਲਾਈਟ ਜਗਾ ਕੇ ਫਿਰ ਉਸ ਲਿਖ ਕੇ ਫਿਰ ਸੌਂਈਦਾ। ਸੋ ਇਸ ਕਰਕੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ, ਸਾਰੇ ਕੋਆਪਰੇਟ ਕਰਦੇ ਆ ਅਤੇ ਵਧੀਆ ਸਾਡਾ ਮਾਹੌਲ ਚੱਲਦਾ। ਜੀ ਸਰ, ਜਿਵੇਂ ਤੁਸੀਂ ਇੱਥੇ ਸਾਹਿਤ ਸਭਾ ਦਾ ਜ਼ਿਕਰ ਕੀਤਾ ਸੀਗਾ, ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਸਾਹਿਤ ਸਭਾ ਦੇ ਨਾਲ ਜੁੜ ਕਿਵੇਂ ਸਕਦੇ ਹੈਗੇ ਆ। ਥੋੜ੍ਹਾ ਜਿਹਾ ਇਸ ਬਾਰੇ ਵੀ ਦੱਸੋ ਕਿ ਜੇਕਰ ਕਿਸੇ ਨੇ ਸਾਹਿਤ ਸਭਾ ਦੇ ਨਾਲ ਜੁੜਨਾ ਹੈਗਾ ਤਾਂ ਉਹ ਕਿਵੇਂ ਜੁੜ ਸਕਦਾ ਹੈ ਜੀ? ਅਸੀਂ ਤਾਂ ਜੀ ਆਪਣੇ ਨਾ ਵਿਜ਼ਿਟਿੰਗ ਕਾਰਡ ਛਪਾਏ ਹੋਏ ਆ ਸਾਹਿਤ ਵਿਗਿਆਨ ਕੇਂਦਰ ਦੇ, ਅਤੇ ਸਾਡੇ ਮੈਂਬਰ ਜਿੱਥੇ ਵੀ ਜਾਂਦੇ ਆ, ਈਵਨ ਪਾਕਿਸਤਾਨ ਗਏ ਆ ਅਤੇ ਨਿਊਜ਼ੀਲੈਂਡ ਜਾ ਕੇ ਆਏ ਆ, ਆਸਟ੍ਰੇਲੀਆ ਜਾ ਕੇ ਆਏ, ਉੱਥੇ ਕਾਰਡ ਵੰਡ ਕੇ ਆਉਂਦੇ ਆ ਕਿ ਸਾਡੀ ਸਾਹਿਤ ਸਭਾ ਹੈਗੀ, ਤੁਹਾਡਾ ਕੋਈ ਜਾਣ ਪਛਾਣ ਵਾਲਾ ਅਤੇ ਉੱਥੇ ਜ਼ਰੂਰ ਭੇਜੋ। ਅਤੇ ਉਹ ਕਾਰਡ ਦੇ ਉੱਤੇ ਹੀ ਅਸੀਂ ਲਿਖਿਆ ਹੋਇਆ ਕਿ ਸਾਡੀ ਸਭਾ ਦੀ ਹਰ ਮੀਟਿੰਗ ਜਿਹੜੀ ਹੈ ਇਹ ਖਾਲਸਾ ਕਾਲਜ ਵਿੱਚ ਅਖੀਰਲੇ ਐਤਵਾਰ ਨੂੰ 11 ਵਜੇ ਹੁੰਦੀ ਹੈ, ਅਤੇ ਦਰਸ਼ਨ ਦਿਓ। ਅਤੇ ਜਿਹਨੂੰ ਨਹੀਂ ਪਤਾ ਲੱਗਦਾ ਉਹ ਪੜ੍ਹ ਲੈਂਦਾ ਅਤੇ ਪੜ੍ਹ ਕੇ ਆ ਜਾਂਦੇ ਆ, ਅਤੇ ਜਿਹਨੂੰ ਅਸੀਂ ਸਮਝਾ ਦਿੰਦੇ ਹਾਂ ਉਹ ਵੈਸੇ ਆ ਜਾਂਦੇ ਆ। ਬਾਕੀ ਅਸੀਂ ਦੂਜਿਆਂ 'ਚ ਵੀ ਪਾਰਟੀਸਪੇਟ ਕਰਦੇ ਹਾਂ ਸਭਾਵਾਂ ਦੇ ਵਿੱਚ, ਇਹਦੀ ਕਿ ਅਸੀਂ ਆਪਣਾ ਇਕੱਲਾ ਦੂਜੇ ਸਭਾਵਾਂ ਜਦੋਂ ਜਾਂਦੇ ਹਾਂ ਉੱਥੇ ਵੀ ਸਾਡੇ ਨਾਲ ਸੰਪਰਕ ਆਉਂਦੇ, ਅਸੀਂ ਉਹਨਾਂ ਨੂੰ ਵੀ ਪ੍ਰੇਰਨਾ ਦਿੰਦੇ ਹਾਂ ਕਿ ਸਾਡੇ ਵੀ ਆਓ, ਸਾਡੇ ਵੀ ਦੇਖੋ ਆ ਕੇ ਮਾਹੌਲ। ਫਿਰ ਉਹ ਇੱਕ ਵਾਰੀ ਜਿਹੜਾ ਆ ਜਾਂਦਾ ਤਾਂ ਦੂਜੀ ਵਾਰੀ ਤੀਜੀ ਵਾਰੀ ਫਿਰ ਪੱਕਾ ਹੀ ਜੁੜ ਜਾਂਦਾ। ਈਵਨ ਬਹੁਤ ਸਾਰੇ ਅਹੁਦੇਦਾਰ ਦੂਜੀਆਂ ਸਭਾਵਾਂ ਦੇ ਉਹ ਸਾਡੇ 'ਚ ਆ ਕੇ ਰਚ ਮਿਚ ਗਏ ਆ, ਉਹ ਕਹਿੰਦੇ ਯਾਰ ਉਹਦੇ ਨਾਲੋਂ ਤੁਹਾਡੇ ਵਾਲੀ ਸੁਸਾਇਟੀ ਜਿਹੜੀ ਆ, ਤੁਹਾਡੇ ਵਾਲੀ ਜਿਹੜੀ ਸਭਾ ਹੈਗੀ ਹੈ ਜ਼ਿਆਦਾ ਚੰਗੀ ਲੱਗਦੀ ਹੈ। ਕਿਉਂਕਿ ਅਸੀਂ ਨਾ ਕਦੇ ਕਦੇ ਆਪਦੇ ਮੈਂਬਰਸ ਨੂੰ ਸਾਰੇ ਰਲ ਕੇ ਅਸੀਂ ਘੁੰਮਣ ਵੀ ਚਲੇ ਜਾਂਦੇ ਹਾਂ। ਹੁਣ ਅਸੀਂ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਅਤੇ ਅਗਲੇ ਮਹੀਨੇ ਹੋ ਸਕਦਾ ਸ੍ਰੀਨਗਰ ਬਾਈ ਏਅਰ ਜਾਈਏ। ਸੋ ਜਿੰਨੇ ਕੁ ਮੈਂਬਰ ਸਾਡੇ ਨਾਲ ਤੁਰਦੇ ਆ ਅਤੇ ਜਾਂ ਅਸੀਂ ਹਰ ਵਾਰ ਕਿਤੇ ਨਾ ਕਿਤੇ ਘੁੰਮਣ ਜਾਂਦੇ ਹਾਂ। ਜੀ ਸਰ, ਅਖੀਰ ਦੇ ਵਿੱਚ ਕਿਸੇ ਕਵਿਤਾ ਦੀ ਸਾਂਝ ਸਾਡੇ ਦਰਸ਼ਕਾਂ ਨਾਲ ਜ਼ਰੂਰ ਪਾਓ ਆਪਣੀ ਇਸ ਪੁਸਤਕ ਦੇ ਵਿੱਚੋਂ ਜੀ। ਕਦੇ ਕਦੇ ਮੇਰਾ ਜੀਅ ਕਰਦਾ ਹੈ ਮੈਂ ਉੱਚੀ ਆਖ ਸੁਣਾਵਾਂ, ਕਦੇ ਕਦੇ ਮੇਰਾ ਜੀਅ ਕਰਦਾ ਹੈ ਮੈਂ ਉੱਚੀ ਆਖ ਸੁਣਾਵਾਂ, ਆਓ ਰਲ ਕੇ ਸਵਰਗ ਬਣਾਈਏ ਧਰਤੀ ਉਤਲੀਆਂ ਥਾਵਾਂ। ਆਓ ਰਲ ਕੇ ਸਵਰਗ ਬਣਾਈਏ ਧਰਤੀ ਉਤਲੀਆਂ ਥਾਵਾਂ, ਇੱਥੇ ਕੋਈ ਗੰਦ ਨਾ ਪਾਵੇ ਮੈਂ ਥਾਂ ਥਾਂ ਲਿਖ ਕੇ ਲਾਵਾਂ। ਇਹ ਦੁਨੀਆ ਸੋਹਣੀ ਇਸ ਨੂੰ ਸੋਹਣੀ ਰੱਖੋ, ਸਭ ਨੂੰ ਇਹ ਸਮਝਾਵਾਂ, ਬੜਾ ਕੁਝ ਰੱਬ ਨੇ ਸਾਨੂੰ ਦਿੱਤਾ ਲਿਆ ਨਾ ਕੋਈ ਨਾਵਾਂ। ਰੁੱਖ ਪੰਛੀ ਤੇ ਫਲ ਫੁੱਲ ਦਿੱਤੇ ਸੰਸਾਰ ਨੂੰ ਕਰਨ ਸੁਹਾਣਾ, ਲਾਪਰਵਾਹੀ ਜੇ ਬੰਦ ਨਾ ਕੀਤੀ ਇੱਕ ਦਿਨ ਪਊ ਪਛਤਾਣਾ। ਸੁਣੋ ਪੁਕਾਰ ਮਾਵੀ ਦੀ ਸਾਰੇ ਕੰਮ ਕਰੋ ਕੋਈ ਸਿਆਣਾ, ਅੱਜ ਤਾਂ ਮੇਰਾ ਜੀਅ ਕਰਦਾ ਹੈ ਮੈਂ ਉੱਚੀ ਆਖ ਸੁਣਾਵਾਂ, ਕਦੇ ਕਦੇ ਮੇਰਾ ਜੀਅ ਕਰਦਾ ਹੈ ਮੈਂ ਉੱਚੀ ਆਖ ਸੁਣਾਵਾਂ। ਜੀ ਬਹੁਤ ਖੂਬ, ਬਹੁਤ ਖੂਬ। ਸਰ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਦੇਖੋ ਇੱਕ ਤਾਂ ਜਿਹੜੇ ਪੁਰਾਣੇ ਗੀਤ ਸੀਗੇ ਚੰਗੇ ਲਿਖੇ ਸੀਗੇ ਅਤੇ ਉਹ ਅਜੇ ਤੱਕ ਜਿਉਂਦੇ ਆ। ਇਸੇ ਤਰ੍ਹਾਂ ਜਿਹੜੀਆਂ ਪੁਰਾਣੇ ਨਾਵਲ ਹੈ, ਪੁਰਾਣੀਆਂ ਕਹਾਣੀਆਂ ਅਤੇ ਪੁਰਾਣੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਉਹ ਅੱਜ ਤੱਕ ਅਸੀਂ ਯਾਦ ਕਰਦੇ ਹਾਂ, ਉਹਨਾਂ ਤੋਂ ਰੈਫਰੈਂਸ ਲੈਂਦੇ ਹਾਂ ਅਤੇ ਉਹਨਾਂ ਦੀ ਸੇਧ ਦੇ ਨਾਲ ਹੀ ਅਸੀਂ ਚੱਲਦੇ ਹਾਂ। ਜਦੋਂ ਵੀ ਲਿਖੋ ਉਹਨੂੰ ਜ਼ਰੂਰ ਵਾਚੋ ਅਤੇ ਉਸ ਨੂੰ 2-4 ਆਪਣੇ ਪਾਠਕਾਂ ਦੇ ਨਾਲ ਜਾਂ ਜਿਹੜੇ ਲੇਖਕਾਂ ਦੇ ਨਾਲ ਸਾਂਝਾ ਕਰੋ, ਤਾਂ ਕਿ ਪਤਾ ਲੱਗੇ ਕਿ ਹਾਂ ਇਹ ਲੈਵਲ ਦੀ ਹੈ ਅਤੇ ਛਾਪਣਯੋਗ ਹੈ ਅਤੇ ਜਾਂ ਬੋਲਣਯੋਗ ਹੈ। ਸੋ ਸਲਾਹ ਕਰ ਲੈਣੀ ਜ਼ਰੂਰੀ ਹੈ। ਅਤੇ ਬਾਕੀ ਜਿਹੜੇ ਸਾਹਿਤਕਾਰ ਆ ਨਵੇਂ ਆ ਉਹ ਜ਼ਰੂਰ ਕਿਸੇ ਨਾ ਕਿਸੇ ਦੇ ਨਾਲ ਲੱਗ ਕੇ ਉਹ ਪਹਿਲਾਂ ਗੁਰ ਸਿੱਖਣ ਅਤੇ ਫਿਰ ਅੱਗੇ ਵਧਣ। ਸੋ ਉਮੀਦ ਹੈ ਕਿ ਸਾਰੇ ਜਿਹੜੇ ਹੈਗੇ ਸਾਹਿਤਕਾਰ ਇਸ ਗੱਲ ਵੱਲ ਧਿਆਨ ਦੇਣਗੇ। ਜੀ ਸਰ, ਤੁਸੀਂ ਆਪਣਾ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਤੁਸੀਂ ਵੀ ਚੱਲ ਕੇ ਆਏ ਅਤੇ ਮੇਰੀ ਗੱਲ ਪਾਠਕਾਂ ਤੱਕ ਪਹੁੰਚਾਉਣ ਦਾ ਕੋਸ਼ਿਸ਼ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਵਾਕਈ ਕਹਿੰਦੇ ਆ ਕਿ ਸਾਹਿਤ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਜਦੋਂ ਅਸੀਂ ਸਾਹਿਤ ਨਾਲ ਜੁੜਦੇ ਹਾਂ ਤਾਂ ਸਾਨੂੰ ਬਹੁਤ ਕੁਝ ਜਾਣਨ ਦਾ ਮੌਕਾ ਮਿਲਦਾ ਅਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦੇ ਹਾਂ। ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ।